ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। 2 ਡੋਜ਼ ਲਗਵਾ ਚੁੱਕੇ ਕੈਨੇਡੀਅਨਸ ਨੂੰ ਮਿਲੀ ਢਿੱਲ, ਸਿਹਤ ਏਜੰਸੀ ਨੇ ਜਾਰੀ ਕੀਤੀਆਂ ਗਾਈਡਲਾਈਨਸ। ਇਸ ਵਾਰ ਦਾ ਕੈਨੇਡਾ ਡੇ ਹੋਵੇਗਾ ਮੂਲ ਨਿਵਾਸੀਆਂ ਦੇ ਨਾਮ। ਸਸਕੈਚੁਆਨ ਦੀ ਘਟਨਾ ਬਾਅਦ ਟਰੂਡੋ ਨੇ ਮੰਗੀ ਮੁਆਫੀ। ਵੀਜ਼ਾ ਬਿਨੇਕਾਰਾਂ ਦੇ ਲਈ ਬਾਇਓਮੈਟ੍ਰਿਕ ਦੀ ਸ਼ੁਰੂਆਤ, ਕੈਨੇਡਾ ਦੇ ਹਾਈ ਕਮਿਸ਼ਨ ਨੇ ਦਿੱਤੀ ਜਾਣਕਾਰੀ। ਕੈਥੋਲਿਕ ਸਮੂਹ ਸਾਂਝੇ ਕਰੇਗਾ ਸਾਰੇ ਰਿਕਾਰਡ, ਬੇਨਾਮ ਕਬਰਾਂ ਮਿਲਣ ਤੋਂ ਬਾਅਦ ਮੰਗ ਹੋਈ ਤੇਜ਼। 2 ਮੁਸਲਮਾਨ ਔਰਤਾਂ ਤੇ ਹਮਲਾ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਵਿਅਕਤੀ ਮੰਤਰੀਆਂ ਨੂੰ ਭੇਜਦਾ ਸੀ ਬੈਕਟੀਰੀਆ ਵਾਲੇ ਪੱਤਰ, ਇਸ ਮਾਮਲੇ ਸੰਬੰਧੀ ਓਨਟਾਰੀਓ ਦੇ ਵਿਅਕਤੀ ਤੇ ਲੱਗੇ ਚਾਰਜ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਨਵੀਂ ਗਾਈਡੈਂਸ ਜਾਰੀ ਕੀਤੀ ਗਈ ਹੈ। ਇਹ ਗਾਈਡੈਂਸ ਉਹਨਾਂ ਦੇ ਲਈ ਜਾਰੀ ਕੀਤੀ ਗਈ ਜਿਹੜੇ ਕੈਨੇਡੀਅਨਸ ਵੱਲੋਂ ਕੋਵਿਡ-19 ਵੈਕਸੀਨ ਦੇ 2 ਡੋਜ਼ ਲਗਵਾਏ ਗਏ ਨੇ। ਏਜੰਸੀ ਨੇ ਜਾਣਕਾਰੀ ਦਿੱਤੀ ਹੈ ਕਿ ਫੁੱਲੀ ਵੈਕਸੀਨੇਟਡ ਕੈਨੇਡੀਅਨਸ ਕੀ ਕਰ ਸਕਦੇ ਨੇ, ਕੀ ਅਜੇ ਨਹੀਂ ਕਰ ਸਕਣਗੇ। ਜਾਣਕਾਰੀ ਜੋ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਕ ਘਰਾਂ ਦੇ ਵਿੱਚ ਜਦੋਂ ਛੋਟਾ ਇਕੱਠ ਕੀਤਾ ਜਾਵੇਗਾ ਤੇ ਉੱਥੇ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੋਵੇਗੀ, ਨਾ ਹੀ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਹੋਵੇਗਾ। ਹੋਰ ਕਿਹੜੀਆਂ ਚੀਜ਼ਾਂ ਦੇ ਵਿੱਚ ਢਿੱਲ ਦਿੱਤੀ ਗਈ ਹੈ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਦੇ ਵਿੱਚ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਲਗਵਾਈਆਂ ਗਈਆਂ, ਕੈਨੇਡਾ ਵੱਲੋਂ ਇਸ ਦੇ ਬਾਰੇ ਨਵੀਂ ਗਾਈਡੈਂਸ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਹੁਣ ਫੁੱਲੀ ਵੈਕਸੀਨੇਟਡ ਕੈਨੇਡੀਅਨਸ ਕੀ ਕਰ ਸਕਦੇ ਹਨ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਨਵੀਂ ਗਾਈਡੈਂਸ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ ਜਿਹੜੇ ਕੈਨੇਡੀਅਨਸ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਡੋਜ਼ ਲਗਵਾਏ ਗਏ ਹਨ, ਉਹਨਾਂ ਵੱਲੋਂ ਜੋ ਘੱਟ ਲੋਕਾਂ ਦੇ ਨਾਲ ਬਾਹਰ ਇਕੱਠ ਕੀਤਾ ਜਾਵੇਗਾ, ਇਸ ਦੌਰਾਨ ਮਾਸਕ ਪਾਉਣ ਦੀ ਅਤੇ ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਛੋਟੇ ਗਰੁੱਪ ਦੇ ਵਿੱਚ ਚਾਹੇ ਕੋਈ ਅਨਵੈਕਸੀਨੇਟਡ ਹੋਵੇ ਤਾਂ ਵੀ ਜਿਹੜੇ ਵੈਕਸੀਨੇਟਡ ਨੇ ਉਹਨਾਂ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ ਹੋਵੇਗਾ। ਪਰ ਇਸ ਵਾਸਤੇ ਜ਼ਰੂਰੀ ਹੈ ਕਿ ਕੈਨੇਡੀਅਨਸ ਵੱਲੋਂ ਕੋਵਿਡ-19 ਵੈਕਸੀਨ ਦਾ ਦੂਸਰਾ ਸ਼ਾਟ ਲਗਵਾਉਣ ਤੋਂ ਬਾਅਦ 14 ਦਿਨਾਂ ਦਾ ਇੰਤਜ਼ਾਰ ਕੀਤਾ ਜਾਵੇ ਤਾਂ ਕਿ ਉਹ ਕੋਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੋ ਸਕਣ। ਫੁੱਲੀ ਵੈਕਸੀਨੇਟਡ ਇੱਕ ਦੂਸਰੇ ਨੂੰ ਜੱਫੀ ਪਾ ਕੇ ਮਿਲ ਸਕਣਗੇ, ਆਪਣੇ ਦੋਸਤਾਂ ਦੇ ਨਾਲ ਕੈਂਪਿੰਗ ਕਰ ਸਕਣਗੇ, ਆਪਣੇ ਪਰਿਵਾਰ ਦੇ ਨਾਲ ਬਾਰਬੀਕਿਊ ਕਰ ਸਕਣਗੇ, ਕਲੋਜ਼ ਕੰਟੈਕਟ ਸਪੋਰਟਸ ਦਾ ਹਿੱਸਾ ਬਣ ਸਕਣਗੇ, ਬਾਹਰ ਕਰਵਾਏ ਜਾਣ ਵਾਲੇ ਵਿਆਹ ਸਮਾਗਮ ਦੇ ਵਿੱਚ ਸ਼ਿਰਕਤ ਕਰ ਸਕਣਗੇ, ਨਾਲ ਹੀ ਉਹ ਆਊਟਡੋਰ ਬਰਥਡੇ ਪਾਰਟੀਆਂ ਦੇ ਵਿੱਚ ਵੀ ਸ਼ਾਮਿਲ ਹੋ ਸਕਣਗੇ। ਫੁੱਲੀ ਵੈਕਸੀਨੇਟਡ ਕੈਨੇਡੀਅਨਸ ਇਨਡੋਰ ਫੁੱਲੀ ਵੈਕਸੀਨੇਟਡ ਲੋਕਾਂ ਦੇ ਨਾਲ ਆਪਣਾ ਸਮਾਂ ਵੀ ਬਿਤਾ ਸਕਦੇ ਹਨ। ਇਸ ਦੇ ਵਿੱਚ ਡਿਨਰ ਅਤੇ ਸਮਾਲ ਗਰੁੱਪ ਆਫ ਫਰੈਂਡਸ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਇਕੱਠੇ ਕੋਈ ਸਪੋਰਟ ਇਵੈਂਟ ਦੇਖ ਸਕਦੇ ਨੇ। ਨਾਲ ਹੀ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਫੁੱਲੀ ਵੈਕਸੀਨੇਟਡ ਕੈਨੇਡੀਅਨਸ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਦੋਂ ਉਹ ਇਨਡੋਰ ਗੈਦਰਿੰਗ ਦੇ ਵਿੱਚ ਸ਼ਾਮਿਲ ਹੋਣ ਜਿੱਥੇ ਬਾਕੀ ਹੋਰ ਘਰਾਂ ਦੇ ਲੋਕ ਵੀ ਸ਼ਾਮਿਲ ਹੋਣਗੇ ਤਾਂ ਉਹਨਾਂ ਲਈ ਮਾਸਕ ਪਾਇਆ ਹੋਣਾ ਜ਼ਰੂਰੀ ਹੈ ਤੇ ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੋਵੇਗਾ। ਨਾਲ ਹੀ ਏਜੰਸੀ ਦਾ ਕਹਿਣਾ ਹੈ ਕਿ ਜਦੋਂ ਵੱਡੇ ਇਕੱਠ ਦੇ ਵਿੱਚ ਫੁੱਲੀ ਵੈਕਸੀਨੇਟਡ ਕੈਨੇਡੀਅਨਸ ਸ਼ਾਮਿਲ ਹੋਣਗੇ ਉੱਥੇ ਉਹਨਾਂ ਨੂੰ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਤੇ ਨਾਲ ਹੀ ਫਿਜ਼ੀਕਲ ਡਿਸਟੈਂਸਿੰਗ ਦਾ ਖਿਆਲ ਵੀ ਰੱਖਣਾ ਹੋਵੇਗਾ। ਸਸਕੈਚੁਆਨ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ 751 ਬੇਨਾਮ ਕਬਰਾਂ ਮਿਲੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਸ ਸੰਬੰਧੀ ਮੁਆਫੀ ਮੰਗੀ ਗਈ ਹੈ। ਸਰਕਾਰ ਦੀਆਂ ਗਲਤ ਨੀਤੀਆਂ ਦੇ ਚੱਲਦਿਆਂ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਮੁਆਫੀ ਮੰਗੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਦਾ ਕੈਨੇਡਾ ਡੇ ਮੂਲ ਨਿਵਾਸੀਆਂ ਦੇ ਨਾਮ ਰਹੇਗਾ। ਸਸਕੈਚੁਆਨ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ 751 ਨਿਸ਼ਾਨ ਰਹਿਤ ਕਬਰਾਂ ਮਿਲੀਆਂ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸੰਬੰਧੀ ਮੁਆਫੀ ਮੰਗੀ ਗਈ ਹੈ। ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਵਾਰ ਦਾ ਕੈਨੇਡਾ ਡੇ ਮੂਲ ਨਿਵਾਸੀਆਂ ਦੇ ਨਾਮ ਰਹੇਗਾ। ਨਾਲ ਹੀ ਉਹਨਾਂ ਵੱਲੋਂ ਇਸ ਭਾਈਚਾਰੇ ਤੋਂ ਮੁਆਫੀ ਵੀ ਮੰਗੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡੀਅਨਸ ਇਸ ਗੱਲ ਤੋਂ ਸ਼ਰਮਿੰਦਾ ਹਨ ਕਿ ਕੈਨੇਡਾ ਦਾ ਕੀ ਵਤੀਰਾ ਰਿਹਾ। ਸਰਕਾਰ ਦੀਆਂ ਗਲਤ ਨੀਤੀਆਂ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਮੁਆਫੀ ਮੰਗੀ ਗਈ ਹੈ। ਦੱਸ ਦਈਏ ਕਿ ਸਸਕੈਚੁਆਨ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚ 751 ਬੇਨਾਮ ਕਬਰਾਂ ਮਿਲੀਆਂ। ਫੈਡਰੇਸ਼ਨ ਆਫ ਸੋਵਰਨ ਇੰਡੀਜੀਨੀਅਸ ਨੇਸ਼ਨਸ ਅਤੇ ਸਸਕੈਚੁਆਨ ਦੇ ਵਿੱਚ ਕਾਊਸਿਸ ਫਰਸਟ ਨੇਸ਼ਨ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਸੀ ਕਿ ਸਸਕੈਚੁਆਨ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚ 751 ਨਿਸ਼ਾਨ ਰਹਿਤ ਕਬਰਾਂ ਪਾਈਆਂ ਗਈਆਂ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ 215 ਬੱਚਿਆਂ ਦੇ ਰਿਮੇਨਸ ਮਿਲੇ ਸਨ। ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਰਕਾਰ ਦੀਆਂ ਗਲਤ ਨੀਤੀਆਂ ਵਾਸਤੇ ਮੁਆਫੀ ਮੰਗੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਉਹਨਾਂ ਵੱਲੋਂ ਜਲਦ ਹੀ ਐਕਸ਼ਨ ਲਿਆ ਜਾਵੇਗਾ। This was an incredibly harmful government policy that was Canada's reality for many, many decades. And Canadians today are
horrified and ashamed of how our country behaved, about a policy that ripped kids from their homes, from their communities, from their culture and their language, and forced assimilation upon them. This is a piece of our past, of decades past, that resonates and echoes and is and continues to be a lived reality of consequences for many, many Canadians today. So, specifically to the members of the Cowessess community and Treaty 4 communities, we are sorry. It was something that we cannot undo in the past, but we can pledge ourselves every day to fix in the present and into the future. And that means recognizing the harms, the impacts, the intergenerational trauma, the cycles of challenges that far too many Indigenous peoples face in this country because of actions that the federal government and other partners deliberately and willingly undertook. I spoke with Chief Cadmus Delorme yesterday, the Chief of Cowessess First Nations, and offered all of the federal government's continued support and partnership, not just on supporting the communities that are grieving for the discovery of these graves, but also on the work that we must do to help them heal, to create opportunities to move forward, including on the issue of child and family services. We know that even long after residential schools closed in this country, child and family service, in the stated purpose of protecting children's well-beings, continued to take them away from their communities, continued to remove them from their language and culture, and place them in foster homes in non-Indigenous communities all across the country. ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਬਿਨੇਕਾਰਾਂ ਦੇ ਲਈ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਟਵਿੱਟਰ ਦੇ ਉੱਪਰ ਟਵੀਟ ਕੀਤਾ ਗਿਆ, ਜਿਸ ਦੇ ਰਾਹੀਂ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਵੀਜ਼ਾ ਬਿਨੇਕਾਰ ਨੇ ਉਹ ਬਾਇਓਮੈਟ੍ਰਿਕ ਅਪਾਇੰਟਮੈਂਟ ਬੁੱਕ ਕਰ ਸਕਦੇ ਨੇ। ਇਸ ਦੇ ਵਿੱਚ ਜਿਹੜੇ ਵਿਜ਼ਿਟਰ ਅਤੇ ਸਪਾਊਸ ਵੀਜ਼ਾ ਬਿਨੇਕਾਰ ਨੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜੋ ਕਿ ਆਪਣੀ ਬਾਇਓਮੈਟ੍ਰਿਕ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹਨ। ਕੈਨੇਡਾ ਦੇ ਹਾਈ ਕਮਿਸ਼ਨ ਵੱਲੋਂ ਵੀਜ਼ਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਹਾਈ ਕਮਿਸ਼ਨ ਵੱਲੋਂ ਟਵਿੱਟਰ ਦੇ ਉੱਪਰ ਟਵੀਟ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੌਣ ਬਾਇਓਮੈਟ੍ਰਿਕ ਅਪਾਇੰਟਮੈਂਟ ਲੈ ਸਕਦਾ ਹੈ। ਜਾਣਕਾਰੀ ਦੇ ਮੁਤਾਬਕ ਜਿਹੜੇ ਵੀ ਵੀਜ਼ਾ ਅਪਲਾਈ ਕਰਨ ਵਾਲੇ ਨੇ ਉਹਨਾਂ ਵੱਲੋਂ ਬਾਇਓਮੈਟ੍ਰਿਕ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਕਾਫੀ ਲੰਬੇ ਸਮੇਂ ਤੋਂ ਸਪਾਊਸ ਵੀਜ਼ਾ ਅਤੇ ਵਿਜ਼ਿਟਰ ਵੀਜ਼ਾ ਸੰਬੰਧੀ ਵੀ ਸਵਾਲ ਪੁੱਛੇ ਜਾ ਰਹੇ ਨੇ, ਜੋ ਕੈਨੇਡਾ ਹਾਈ ਕਮਿਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਵਿੱਚ ਸਪਾਊਸ ਅਤੇ ਵਿਜ਼ਿਟਰਸ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਦੇ ਲਈ ਬਾਇਓਮੈਟ੍ਰਿਕ ਅਪਾਇੰਟਮੈਂਟ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦਾ ਮਤਲਬ ਹੈ ਕਿ ਕੈਨੇਡੀਅਨ ਹਾਈ ਕਮਿਸ਼ਨ ਵੱਲੋਂ ਬਕਾਇਆ ਬਾਇਓਮੈਟ੍ਰਿਕ ਵਾਲੇ ਸਾਰੇ ਵੀਜ਼ਾ ਬਿਨੇਕਾਰਾਂ ਦੇ ਲਈ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਲਿਖਿਆ ਕਿ ਜੇ ਤੁਹਾਡੇ ਕੋਲ 28 ਜੂਨ 2021 ਤੱਕ ਬਾਇਓਮੈਟ੍ਰਿਕ ਇੰਸਟਰਕਸ਼ਨ ਲੈਟਰ ਜਾਣੀ ਕਿ BIL ਹੈ, ਤਾਂ ਤੁਸੀਂ VAC ਵੈਬਸਾਈਟ ਤੇ ਆਨਲਾਈਨ ਬੁਕਿੰਗ ਟੂਲ ਦੀ ਵਰਤੋਂ ਕਰਕੇ ਭਾਰਤ ਦੇ ਵਿੱਚ VAC ਵਿਖੇ ਆਪਣੀ ਬਾਇਓਮੈਟ੍ਰਿਕ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਵਿਜ਼ਿਟਰ ਅਤੇ ਸਪਾਊਸ ਵੀਜ਼ਾ ਲਗਵਾਉਣ ਵਾਲੇ ਵੀ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹਨ। ਨਾਲ ਹੀ ਹਾਈ ਕਮਿਸ਼ਨ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜਿਨ੍ਹਾਂ ਦੀ BIL ਦੀ ਮਿਆਦ ਖਤਮ ਹੋ ਚੁੱਕੀ ਹੈ, ਜਿਸ ਦਾ ਮਤਲਬ ਹੈ ਕਿ ਐਕਸਪਾਇਰਡ BIL, ਉਹ ਵੀ ਆਪਣੀ ਬਾਇਓਮੈਟ੍ਰਿਕ ਅਪਾਇੰਟਮੈਂਟ ਬੁੱਕ ਕਰ ਸਕਦੇ ਹਨ। ਕੈਥੋਲਿਕ ਸਮੂਹ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਸਾਰੇ ਰਿਕਾਰਡ ਸਾਂਝੇ ਕੀਤੇ ਜਾਣਗੇ। ਜੀ ਹਾਂ, ਸਸਕੈਚੁਆਨ ਦੇ ਸਾਬਕਾ ਰਿਹਾਇਸ਼ੀ ਸਕੂਲ ਦੇ ਵਿੱਚੋਂ 751 ਬੇਨਾਮ ਕਬਰਾਂ ਮਿਲੀਆਂ, ਜਿਸ ਤੋਂ ਬਾਅਦ ਇਹ ਮੰਗ ਕਾਫੀ ਜ਼ਿਆਦਾ ਤੇਜ਼ ਹੋ ਗਈ ਕਿ ਕੈਥੋਲਿਕ ਸਮੂਹ ਨੂੰ ਜਿਹੜੇ ਦਸਤਾਵੇਜ਼ ਨੇ ਉਹ ਦਿਖਾਉਣੇ ਚਾਹੀਦੇ ਨੇ। ਕੈਥੋਲਿਕ ਗਰੁੱਪਸ ਦੇ ਵੱਲੋਂ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਰਿਕਾਰਡ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਕੈਥੋਲਿਕ ਧਾਰਮਿਕ ਭਾਈਚਾਰਾ ਜੋ ਕਿ ਸਸਕੈਚੁਆਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲ ਚਲਾਉਂਦਾ ਸੀ, ਉਹਨਾਂ ਵੱਲੋਂ ਹੁਣ ਸਾਰੇ ਰਿਕਾਰਡ ਸਾਂਝੇ ਕੀਤੇ ਜਾਣਗੇ। ਦੱਸ ਦਈਏ ਕਿ ਸਸਕੈਚੁਆਨ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚੋਂ 751 ਬੇਨਾਮ ਕਬਰਾਂ ਮਿਲੀਆਂ। ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ 215 ਬੱਚਿਆਂ ਦੇ ਰਿਮੇਨਸ ਮਿਲੇ ਸਨ, ਜਿਸ ਤੋਂ ਬਾਅਦ ਹੁਣ ਕੈਥੋਲਿਕ ਗਰੁੱਪ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਸਾਰੇ ਰਿਕਾਰਡ ਸਾਂਝੇ ਕੀਤੇ ਜਾਣਗੇ।
ਦ ਮਿਸ਼ਨਰੀ ਆਫ ਆਬਲੇਟਸ ਆਫ ਮੈਰੀ ਇਮੋਕੂਲੇਟ ਵੱਲੋਂ 48 ਸਕੂਲ ਚਲਾਏ ਜਾਂਦੇ ਸਨ, ਜਿਸ ਦੇ ਵਿੱਚ ਮੈਰੀਵਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਅਤੇ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਇਨ ਬ੍ਰਿਟਿਸ਼ ਕੋਲੰਬੀਆ ਵੀ ਸ਼ਾਮਿਲ ਹੈ। ਆਬਲੇਟਸ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਹਿਸਟੋਰੀਕਲ ਡਾਕੂਮੈਂਟਸ ਯੂਨੀਵਰਸਿਟੀ ਆਰਕਾਈਵ ਅਤੇ ਦ ਟਰੂਥ ਐਂਡ ਰੀਕਨਸਾਈਲੇਸ਼ਨ ਕਮਿਸ਼ਨ ਦੇ ਰਾਹੀਂ ਮੁਹੱਈਆ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ਇੰਡੀਜੀਅਸ ਲੀਡਰਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਰੈਜ਼ੀਡੈਂਸ਼ੀਅਲ ਸਕੂਲਸ ਦੇ ਨਾਲ ਸੰਬੰਧਿਤ ਸਾਰੇ ਡਾਕੂਮੈਂਟਸ ਸਾਂਝੇ ਕੀਤੇ ਜਾਣ। ਮਾਮਲਾ ਐਡਮਿੰਟਨ ਤੋਂ ਸਾਹਮਣੇ ਆਇਆ, ਜਿੱਥੇ 2 ਮੁਸਲਮਾਨ ਔਰਤਾਂ ਦੇ ਉੱਪਰ ਹਮਲਾ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਇੱਕ ਨਕਾਬ ਪਹਿਨੇ ਵਿਅਕਤੀ ਆਉਂਦਾ ਹੈ, ਉਸ ਵੱਲੋਂ 2 ਮੁਸਲਮਾਨ ਔਰਤਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ। ਇੱਕ ਔਰਤ ਨੂੰ ਬੁਰਖੇ ਤੋਂ ਫੜ ਕੇ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਦੌਰਾਨ ਉਹ ਬੇਹੋਸ਼ ਹੋ ਗਈ ਤੇ ਦੂਸਰੀ ਜਿਹੜੀ ਮੁਸਲਮਾਨ ਔਰਤ ਹੈ, ਉਸਦੇ ਗਲ ਦੇ ਉੱਪਰ ਚਾਕੂ ਰੱਖ ਕੇ ਉਸ ਨੂੰ ਧਮਕਾਇਆ ਜਾਂਦਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵਿੱਚ 2 ਮੁਸਲਮਾਨ ਔਰਤਾਂ ਦੇ ਨਾਲ ਨਫ਼ਰਤ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਐਲਬਰਟਾ ਦੀ ਹੈ, ਜਿੱਥੇ ਹਿਜਾਬ ਪਾ ਕੇ ਜਾ ਰਹੀਆਂ 2 ਮੁਸਲਮਾਨ ਔਰਤਾਂ ਦੇ ਉੱਪਰ ਹਮਲਾ ਕੀਤਾ ਗਿਆ। ਵਿਅਕਤੀ ਵੱਲੋਂ ਇੱਕ ਔਰਤ ਨੂੰ ਉਸਦੇ ਹਿਜਾਬ ਤੋਂ ਫੜ ਕੇ ਧੱਕਾ ਦਿੱਤਾ ਗਿਆ ਤੇ ਇਸ ਔਰਤ ਨੂੰ ਜ਼ਮੀਨ ਦੇ ਉੱਪਰ ਸੁੱਟ ਦਿੱਤਾ ਗਿਆ। ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਉਹ 2 ਮੁਸਲਮਾਨ ਔਰਤਾਂ ਉੱਪਰ ਹਮਲੇ ਤੋਂ ਬਾਅਦ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੇ ਹਨ। ਇਹ ਜੋ ਘਟਨਾ ਸਾਹਮਣੇ ਆਈ ਹੈ, ਇਸ ਨੂੰ ਐਡਮਿੰਟਨ ਪੁਲਿਸ ਵੱਲੋਂ ਹੇਟ ਕ੍ਰਾਈਮ ਦੱਸਿਆ ਗਿਆ ਹੈ। ਸੇਂਟ ਐਲਬਰਟ RCMP ਵੱਲੋਂ ਇੱਕ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 2 ਔਰਤਾਂ ਐਡਮਿੰਟਨ ਦੀ ਸਰਹੱਦ ਦੇ ਨਾਲ ਲੱਗਦੇ ਰਸਤੇ ਦੇ ਉੱਪਰ ਚੱਲ ਰਹੀਆਂ ਸਨ। ਉਸ ਵੇਲੇ ਇੱਕ ਨਕਾਬ ਪਹਿਨਿਆ ਵਿਅਕਤੀ ਉੱਥੇ ਆਇਆ ਤੇ ਉਸਨੇ ਇਹਨਾਂ ਔਰਤਾਂ ਦੇ ਉੱਪਰ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਵਿਅਕਤੀ ਵੱਲੋਂ ਇੱਕ ਔਰਤ ਨੂੰ ਹਿਜਾਬ ਤੋਂ ਫੜ ਲਿਆ ਗਿਆ ਅਤੇ ਉਸ ਨੂੰ ਜ਼ਮੀਨ ਦੇ ਉੱਪਰ ਧੱਕਾ ਮਾਰ ਦਿੱਤਾ ਗਿਆ। ਇਹ ਔਰਤ ਬੇਹੋਸ਼ ਹੋ ਗਈ। ਇੰਨਾ ਹੀ ਨਹੀਂ, ਇਸ ਵਿਅਕਤੀ ਵੱਲੋਂ ਦੂਸਰੀ ਔਰਤ ਦੀ ਧੌਣ ਦੇ ਉੱਪਰ ਚਾਕੂ ਰੱਖ ਕੇ ਉਸ ਨੂੰ ਧਮਕਾਇਆ ਗਿਆ। ਇਸ ਘਟਨਾ ਦੇ ਸੰਬੰਧ ਦੇ ਵਿੱਚ ਔਰਤ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਲੈ ਕੇ ਜਾਇਆ ਗਿਆ ਅਤੇ ਦੂਸਰੀ ਔਰਤ ਨੂੰ ਮਾਮੂਲੀ ਸੱਟਾਂ ਆਈਆਂ ਨੇ। ਹੁਣ RCMP ਵੱਲੋਂ ਐਡਮਿੰਟਨ ਪੁਲਿਸ ਸਰਵਿਸ ਦੇ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ontario ਦੇ ਇੱਕ ਵਿਅਕਤੀ ਵੱਲੋਂ ਫੈਡਰਲ ਅਤੇ ਪ੍ਰੋਵਿੰਸ਼ੀਅਲ ਆਫੀਸ਼ੀਅਲਸ ਨੂੰ ਵੈਕਟੀਰੀਆ ਵਾਲੇ ਪੱਤਰ ਭੇਜੇ ਜਾਂਦੇ ਸਨ। ਜਦੋਂ ਮਾਮਲਾ ਧਿਆਨ ਦੇ ਵਿੱਚ ਆਇਆ ਤਾਂ ਉਦੋਂ ਇਹਨਾਂ ਲੈਟਰਸ ਦੀ ਜਾਂਚ ਕਰਵਾਈ ਗਈ, ਜਿਸ ਤੋਂ ਬਾਅਦ ਹੁਣ ontario ਦੇ ਇਸ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਇਸ ਦੀ ਵਧੇਰੇ ਪੜਤਾਲ ਕੀਤੀ ਜਾ ਰਹੀ ਹੈ ਤੇ ਹੋਰ ਇਸ ਸੰਬੰਧੀ ਜੋ ਇਨਫੋਰਮੇਸ਼ਨ ਹੈ ਅਜੇ ਸਾਂਝੀ ਨਹੀਂ ਕੀਤੀ ਗਈ। ontario ਦੇ ਇੱਕ ਵਿਅਕਤੀ ਨੂੰ ਕਈ ਚਾਰਜਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਸ ਵੱਲੋਂ ਪਿਛਲੇ 1 ਸਾਲ ਦੇ ਦੌਰਾਨ ਕਈ ਫੈਡਰਲ ਅਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਆਫਿਸਿਸ ਨੂੰ ਸਸਪੀਸ਼ੀਅਸ ਲੈਟਰ ਭੇਜੇ ਗਏ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਉਦੋਂ ਸ਼ੁਰੂ ਕੀਤੀ ਗਈ ਜਦੋਂ ਆਟਵਾ ਦੇ ਫੈਡਰਲ ਗਵਰਨਮੈਂਟ ਆਫਿਸ ਵੱਲੋਂ ਇੱਕ ਲੈਟਰ ਖੋਲ੍ਹਿਆ ਗਿਆ। ਇਸ ਲੈਟਰ ਦੇ ਵਿੱਚ ਲਿਖਿਆ ਹੋਇਆ ਸੀ ਕਿ ਯੂ ਹੈਵ ਬੀਨ ਐਂਥ੍ਰੈਕਸਡ। ਜਾਣਕਾਰੀ ਦੇ ਲਈ ਦੱਸ ਦਈਏ ਕਿ ਐਂਥ੍ਰੈਕਸ ਇੱਕ ਗੰਭੀਰ ਬੈਕਟੀਰੀਅਲ ਇਲਨੈਸ ਹੈ। ਮਾਹਰਾਂ ਵੱਲੋਂ ਜਦੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਇਨਵੈਲਪ ਦੇ ਵਿੱਚ ਕੋਈ ਵੀ ਖਤਰਨਾਕ ਸਬਸਟੈਂਸ ਨਹੀਂ ਸੀ। ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੇ ਲੈਟਰ ਕਈ ਫੋਰਨ ਗਵਰਨਮੈਂਟ ਆਫੀਸ਼ੀਅਲਸ ਨੂੰ ਭੇਜੇ ਗਏ। 2020 ਦੇ ਵਿੱਚ ਫੈਡਰਲ ਆਫੀਸ਼ੀਅਲਸ ਨੂੰ ਇੱਕ ਲੈਟਰ ਭੇਜੇ ਗਏ ਸਨ, ਜਿਸ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਮਈ ਮਹੀਨੇ ਦੇ ਵਿੱਚ RCMP ਵੱਲੋਂ ontario ਦੇ ਵਿਅਕਤੀ ਦੇ ਘਰ ਦੀ ਭਾਲ ਕਰਨੀ ਸ਼ੁਰੂ ਕੀਤੀ ਗਈ। ਹੁਣ ਜੋਸਫ ਦੇ ਉੱਪਰ ਕਈ ਚਾਰਜਸ ਲਗਾਏ ਗਏ ਹਨ। ਉਸ ਦੇ ਉੱਪਰ 25 ਚਾਰਜ ਲਗਾਏ ਗਏ, ਜੋ ਕਿ ਅਟਰਿੰਗ ਥ੍ਰੈਟ ਅਤੇ ਐਕਟੀਵਿਟੀਜ਼ ਟਾਈਡ ਟੂ ਟੈਰਰਿਸਟ ਹੌਕਸਿਸ ਦੇ ਨਾਲ ਜੁੜੇ ਹੋਏ ਹਨ। ਇਸ ਵਿਅਕਤੀ ਦੀ ਕੋਰਟ ਦੇ ਵਿੱਚ ਜੁਲਾਈ 8, 2021 ਨੂੰ ਪੇਸ਼ੀ ਹੋਵੇਗੀ। ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। RCMP ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਮਹੀਨੇ ਦੌਰਾਨ ਜੋ ਜਾਂਚ ਚੱਲੀ ਹੈ ਕਰਪਸ਼ਨ ਦੇ ਸੰਬੰਧੀ 2 ਆਫੀਸਰਸ ਨੂੰ ਚਾਰਜ ਕੀਤਾ ਗਿਆ। ਕਿਹੜੇ ਆਫੀਸਰਸ ਨੂੰ ਚਾਰਜ ਕੀਤਾ ਗਿਆ ਹੈ, ਇਸ ਦੀ ਜਾਣਕਾਰੀ ਵੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ, ਜਿਸ ਦਾ ਮਤਲਬ ਹੈ ਕਿ ਉਹਨਾਂ ਦੇ ਨਾਮ ਜਨਤਕ ਕੀਤੇ ਗਏ ਨੇ। ਮਹੀਨੇ ਲੰਬੀ ਚੱਲੀ ਐਂਟੀ ਕਰਪਸ਼ਨ ਜਾਂਚ ਤੋਂ ਬਾਅਦ RCMP ਵੱਲੋਂ 2 ਆਟਵਾ ਪੁਲਿਸ ਆਫੀਸਰਸ ਨੂੰ ਚਾਰਜ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਆਟਵਾ ਪੁਲਿਸ ਕਾਂਸਟੇਬਲ ਹੈਦਰ, ਜਿਸ ਦੀ ਉਮਰ 29 ਸਾਲ ਹੈ, ਉਸ ਦੇ ਉੱਪਰ ਬ੍ਰੈਚ ਆਫ ਟਰਸਟ ਬਾਈ ਪੁਲਿਸ ਆਫੀਸਰ, obstructing justice and causing a person to deal with forged document ਤੇ ਕਾਂਸਟੇਬਲ ਮੁਹੰਮਦ, ਜਿਸ ਦੀ ਉਮਰ 45 ਸਾਲ ਦੱਸੀ ਗਈ, ਉਸ ਦੇ ਉੱਪਰ obstructing justice ਸੰਬੰਧੀ ਚਾਰਜ ਲਗਾਏ ਗਏ ਹਨ। ਇਸ ਦੇ ਨਾਲ ਹੀ ਐਸ਼ਲੇ ਐਲ ਬੈਡਰੀ, ਜਿਸ ਦੀ ਉਮਰ 29 ਸਾਲ ਹੈ, ਉਸ ਨੂੰ ਫੋਰਜਰੀ ਅਤੇ causing a person to deal with forged document, ਮੁਹੰਮਦ ਸਲਮ ਹੈ, ਜਿਸ ਦੀ ਉਮਰ 29 ਸਾਲ ਹੈ, ਉਸ ਨੂੰ ਡੀਲਿੰਗ ਵਿਦ ਫੋਰਜਡ ਡਾਕੂਮੈਂਟ ਸੰਬੰਧੀ ਚਾਰਜ ਕੀਤਾ ਗਿਆ ਹੈ।
OPS ਨੂੰ ਕਰਪਸ਼ਨ ਸੰਬੰਧੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਮਾਮਲੇ ਦੀ ਪੜਤਾਲ ਕਰਵਾਈ ਗਈ। ਇਸ ਸੰਬੰਧੀ ਜੋ ਵਧੇਰੇ ਜਾਂਚ ਹੋਈ ਹੈ ਉਸ ਦੇ ਵਿੱਚ ਕ੍ਰਿਮੀਨਲ ਆਫੈਂਸ 4 ਸਸਪੈਕਟ ਦੇ ਨਾਲ ਜੁੜੇ ਹੋਏ ਪਾਏ ਗਏ। ਇਸ ਦੀ ਜਾਣਕਾਰੀ ਇੱਕ ਰਿਲੀਜ਼ ਦੇ ਵਿੱਚ ਦਿੱਤੀ ਗਈ। ਆਟਵਾ ਪੁਲਿਸ ਸਰਵਿਸ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਕਿਸੇ ਤਰੀਕੇ ਦੀ ਕਰਪਸ਼ਨ ਉਹਨਾਂ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਜੇਕਰ ਕੋਈ ਵੀ ਆਫੀਸਰ ਇਸ ਦੇ ਨਾਲ ਜੁੜਿਆ ਹੋਇਆ ਪਾਇਆ ਜਾਂਦਾ ਹੈ ਤੇ ਉਸ ਦੇ ਖਿਲਾਫ ਜਾਂਚ ਪੜਤਾਲ ਕੀਤੀ ਜਾਵੇਗੀ। ਜਾਣਕਾਰੀ ਦੇ ਮੁਤਾਬਕ ਇਹਨਾਂ ਆਫੀਸਰਸ ਦੀ ਕੋਰਟ ਦੇ ਵਿੱਚ ਪੇਸ਼ੀ ਸਤੰਬਰ ਮਹੀਨੇ ਦੇ ਸ਼ੁਰੂ ਦੇ ਵਿੱਚ ਹੋਵੇਗੀ। ਇਸ ਮਾਮਲੇ ਦੀ ਅਜੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਮਾਮਲਾ ਟੈਕਸਸ ਤੋਂ ਸਾਹਮਣੇ ਆਇਆ, ਜਿੱਥੇ ਗੋਲੀਬਾਰੀ ਦੇ ਕਾਰਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 19 ਸਾਲਾ ਲੜਕੇ ਦੀ ਗ੍ਰਿਫਤਾਰੀ ਹੋਈ ਹੈ, ਜਿਸ ਦੇ ਉੱਪਰ ਇਲਜ਼ਾਮ ਹੈ ਕਿ ਉਸ ਵੱਲੋਂ ਗੋਲੀਬਾਰੀ ਦੇ ਦੌਰਾਨ ਇੱਕ ਟੂਰਿਸਟ ਨੂੰ ਮਾਰ ਦਿੱਤਾ ਗਿਆ। ਟੈਕਸਸ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਟੈਕਸਸ ਅਥਾਰਟੀਜ਼ ਦੇ ਵੱਲੋਂ ਇੱਕ 19 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ 19 ਸਾਲਾ ਲੜਕੇ ਦੇ ਉੱਪਰ ਇਲਜ਼ਾਮ ਹੈ ਕਿ ਇਸ ਵੱਲੋਂ ਟੈਕਸਸ ਦੇ ਵਿੱਚ ਮਾਸ ਸ਼ੂਟਿੰਗ ਦੇ ਦੌਰਾਨ ਇੱਕ ਟੂਰਿਸਟ ਨੂੰ ਮਾਰਿਆ ਗਿਆ। ਇਸ ਗੋਲੀਬਾਰੀ ਦੌਰਾਨ ਦਰਜਨਾਂ ਹੀ ਲੋਕ ਜ਼ਖਮੀ ਹੋਏ ਸਨ। ਹੁਣ ਇਸ 19 ਸਾਲਾ ਲੜਕੇ ਨੂੰ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ। ਇਸ ਘਟਨਾ ਦੇ ਵਿੱਚ ਜਿਸ ਦੀ ਮੌਤ ਹੋਈ ਹੈ ਉਸ ਦੀ ਪਹਿਚਾਣ 25 ਸਾਲਾ ਡੌਗਲਸ ਦੇ ਤੌਰ ਦੇ ਉੱਪਰ ਦੱਸੀ ਗਈ ਹੈ। ਇਹ ਘਟਨਾ ਆਸਟਿਨ ਦੇ 6th ਸਟਰੀਟ ਤੋਂ ਸਾਹਮਣੇ ਆਈ ਸੀ। ਇਸ ਲੜਕੇ ਦੀ ਕੋਰਟ ਦੇ ਵਿੱਚ ਪੇਸ਼ੀ ਤੋਂ ਪਹਿਲਾਂ ਇਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਜਾਵੇਗਾ। ਇਹ ਅਜੇ ਸਪਸ਼ਟ ਨਹੀਂ ਕੀਤਾ ਗਿਆ ਕਿ ਇਸ ਦੇ ਕੋਲ ਅਟਾਰਨੀ ਹੈ ਜਾਂ ਫਿਰ ਨਹੀਂ। ਜ਼ਿਕਰਯੋਗ ਹੈ ਕਿ ਇਸ ਲੜਕੇ ਦੀ, ਜਿਸ ਦਾ ਨਾਮ ਵਾਈਟ ਹੈ, ਗ੍ਰਿਫਤਾਰੀ 2 ਦਿਨ ਬਾਅਦ ਹੋਈ ਹੈ, ਜਦੋਂ ਪ੍ਰੋਸੀਕਿਊਟਰਸ ਦੇ ਵੱਲੋਂ 2 ਜੁਵੇਲੀਅਨਸ ਦੇ ਖਿਲਾਫ ਗੋਲੀਬਾਰੀ ਦੇ ਨਾਲ ਸੰਬੰਧਿਤ ਚਾਰਜ ਡ੍ਰੌਪ ਕੀਤੇ ਗਏ। ਪਹਿਲਾਂ ਜੂਨ 12 ਦੀ ਸ਼ੂਟਿੰਗ ਦੇ ਮਾਮਲੇ ਸੰਬੰਧੀ ਇਹਨਾਂ ਜੁਵੇਲੀਅਨਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਾਣਕਾਰੀ ਦੇ ਮੁਤਾਬਕ ਇਹ ਗੋਲੀਬਾਰੀ ਦੀ ਘਟਨਾ ਉਦੋਂ ਵਾਪਰੀ ਜਦੋਂ 2 ਗੁੱਟਾਂ ਦੇ ਵਿੱਚ ਬਹਿਸ ਹੋਈ ਸੀ। ਜੁਵੇਲੀਅਨ ਵੀ ਇਸ ਡਿਸਪਿਊਟ ਦੇ ਵਿੱਚ ਸ਼ਾਮਲ ਸਨ ਤੇ ਉਹਨਾਂ ਕੋਲੋਂ ਵੀ ਗਨ ਬਰਾਮਦ ਹੋਈਆਂ। ਕੈਨੇਡਾ ਵੱਲੋਂ ਆਪਣੀ ਅੱਤਵਾਦੀ ਸੂਚੀ ਦੇ ਵਿੱਚ 3 ਗਰੁੱਪ ਸ਼ਾਮਿਲ ਕੀਤੇ ਗਏ ਨੇ। ਇਸ ਦੇ ਵਿੱਚ 3%ers ਦਾ ਵੀ ਨਾਮ ਸ਼ਾਮਿਲ ਹੈ। ਦੱਸ ਦਈਏ ਕਿ ਫਰਵਰੀ ਮਹੀਨੇ ਪ੍ਰਾਊਡ ਬॉयਜ਼ ਗਰੁੱਪ ਨੂੰ ਵੀ ਇਸ ਲਿਸਟ ਦੇ ਵਿੱਚ, ਜਾਣੀ ਕਿ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਕੈਨੇਡਾ ਵੱਲੋਂ 3 ਗਰੁੱਪ, ਜਿਸ ਦੇ ਵਿੱਚ 3%er ਵੀ ਸ਼ਾਮਿਲ ਹਨ, ਉਹਨਾਂ ਨੂੰ ਅੱਤਵਾਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਕੈਨੇਡਾ ਵੱਲੋਂ ਅਧਿਕਾਰਤ ਤੌਰ ਦੇ ਉੱਪਰ US ਰਾਈਟ ਵਿੰਗ ਮਿਲੀਟੀਆ ਗਰੁੱਪ 3%ers ਨੂੰ ਆਪਣੀ ਅੱਤਵਾਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ US ਪ੍ਰੋਸੀਕਿਊਟਰਸ ਨੂੰ 3%ers ਦੇ 6 ਵਿਅਕਤੀਆਂ ਦੇ ਖਿਲਾਫ ਕੌਂਸਪੀਰੈਂਸੀ ਇੰਡਿਕਟਮੈਂਟ ਮਿਲੀ ਸੀ। ਕੈਨੇਡਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ 3%ers 2020 ਗਵਰਨਰ ਦੀ ਕਿਡਨੈਪਿੰਗ ਦੇ ਮਾਮਲੇ ਦੇ ਨਾਲ, ਜਾਣੀ ਕਿ ਪਲਾਟ ਦੇ ਨਾਲ ਵੀ ਜੁੜੇ ਹੋਏ ਹਨ। ਇਸ ਸੂਚੀ ਦੇ ਵਿੱਚ ਨਿਓ ਨਾਜ਼ੀ ਐਕਟਿਵਿਸਟ ਜੇਮਸ ਮੇਸਨ ਅਤੇ ਬ੍ਰਿਟਿਸ਼ ਗਰੁੱਪ ਆਰੀਅਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਗਰੁੱਪਾਂ ਦੇ, ਜਿਨ੍ਹਾਂ ਗਰੁੱਪਾਂ ਨੂੰ ਅੱਤਵਾਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ, ਇਹਨਾਂ ਦੇ ਐਸੈਟ ਬੈਂਕ ਅਤੇ ਫਾਈਨੈਂਸ਼ੀਅਲ ਇੰਸਟੀਟਿਊਟਸ ਦੇ ਵੱਲੋਂ ਫ੍ਰੀਜ਼ ਕੀਤੇ ਜਾਣਗੇ। ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਹੜੇ ਇਹਨਾਂ ਗਰੁੱਪਾਂ ਦੇ ਨਾਲ ਜੁੜੇ ਹੋਣਗੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਦਾਖਲੇ ਦੀ ਇਜਾਜ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਕੈਨੇਡਾ ਵੱਲੋਂ ਪ੍ਰਾਊਡ ਬॉयਜ਼ ਨੂੰ ਵੀ ਅੱਤਵਾਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਤੇ ਹੁਣ ਕੈਨੇਡਾ ਵੱਲੋਂ ਆਪਣੀ ਅੱਤਵਾਦੀ ਸੂਚੀ ਦੇ ਵਿੱਚ 3 ਗਰੁੱਪਸ, ਜਿਸ ਦੇ ਵਿੱਚ 3%ers ਵੀ ਸ਼ਾਮਿਲ ਹੈ, ਉਹਨਾਂ ਨੂੰ ਸ਼ਾਮਿਲ ਕਰ ਦਿੱਤਾ ਗਿਆ। ਮੌਂਟਰੀਅਲ ਕੈਨੇਡੀਅਨ ਸੈਲੀਬ੍ਰੇਸ਼ਨ ਦੌਰਾਨ ਕਾਫੀ ਜ਼ਿਆਦਾ ਭੀੜ ਦੇਖਣ ਨੂੰ ਮਿਲੀ ਹੈ। ਪੁਲਿਸ ਵਾਲੇ ਇਸ ਭੀੜ ਨੂੰ ਹਟਾਉਣ ਦੇ ਲਈ ਪਹੁੰਚੇ। ਇਸ ਦੌਰਾਨ ਉਹਨਾਂ ਵੱਲੋਂ 15 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। 60 ਜਾਣਿਆਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ। ਨਾਲ ਹੀ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ 2 ਆਫੀਸਰ ਜ਼ਖਮੀ ਹੋਏ ਨੇ। ਮੌਂਟਰੀਅਲ ਕੈਨੇਡੀਅਨ ਸੈਲੀਬ੍ਰੇਸ਼ਨ ਦੇ ਦੌਰਾਨ 15 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੌਂਟਰੀਅਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਸ ਸੰਬੰਧੀ 60 ਜਾਣਿਆਂ ਨੂੰ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ ਨੇ। ਇਸ ਦੌਰਾਨ 2 ਅਧਿਕਾਰੀ ਵੀ ਜ਼ਖਮੀ ਹੋਏ ਨੇ। ਮੌਂਟਰੀਅਲ ਕੈਨੇਡੀਅਨ ਸੈਲੀਬ੍ਰੇਸ਼ਨ ਦੇ ਵਿੱਚ ਕਾਫੀ ਲੋਕ ਇਕੱਠੇ ਹੋਏ। ਇਸ ਤੋਂ ਬਾਅਦ ਇੱਥੇ ਜੋ ਭੀੜ ਇਕੱਠਾ ਹੋਈ ਉਸ ਨੂੰ ਹਟਾਉਣ ਦੇ ਵਾਸਤੇ ਪੁਲਿਸ ਟੀਅਰ ਗੈਸ ਦੇ ਨਾਲ ਬੈਲ ਸੈਂਟਰ ਪਹੁੰਚੀ। ਪੁਲਿਸ ਵੱਲੋਂ ਇਸ ਘਟਨਾ ਸੰਬੰਧੀ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਸ ਦੇ ਮੁਤਾਬਕ ਉਹਨਾਂ ਨੇ ਦੱਸਿਆ ਕਿ ਆਫੀਸਰਸ ਦੇ ਵੱਲ ਪ੍ਰੋਜੈਕਟਾਈਲਸ ਚਲਾਏ ਗਏ। ਜਾਣਕਾਰੀ ਦੇ ਮੁਤਾਬਕ 15 ਜਾਣਿਆਂ ਨੂੰ ਆਰਮਡ ਅਸੌਲਟ, ਮਿਸਚੀਫ ਅਤੇ ਪੁਲਿਸ ਦੇ ਕੰਮ ਦੇ ਵਿੱਚ ਅੜਿੱਕਾ ਪਾਉਣ ਦੇ ਕਾਰਨ ਗ੍ਰਿਫਤਾਰ ਕੀਤਾ ਗਿਆ। ਇਸ ਰਾਤ ਪੁਲਿਸ ਦੀਆਂ 8 ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਇਸ ਦੇ ਨਾਲ ਹੀ 2 ਆਫੀਸਰਸ ਨੂੰ ਮਾਮੂਲੀ ਸੱਟਾਂ ਵੀ ਆਈਆਂ। ਦਰਅਸਲ ਮੌਂਟਰੀਅਲ ਦੇ ਵਿੱਚ ਕੈਨੇਡੀਅਨਸ ਵਿਨਿੰਗ ਗੇਮ 6 ਅਗੇਂਸਟ ਦ ਵੇਗਸ ਗੋਲਡ ਨਾਈਟਸ ਦੇ ਕਾਰਨ ਜਸ਼ਨ ਮਨਾਇਆ ਜਾ ਰਿਹਾ ਸੀ। ਵੱਡੀ ਗਿਣਤੀ ਦੇ ਵਿੱਚ ਪ੍ਰਸ਼ੰਸਕ ਬੈਲ ਸੈਂਟਰ ਦੇ ਬਾਹਰ ਇਕੱਠੇ ਹੋ ਗਏ। ਮੌਂਟਰੀਅਲ ਦੇ ਮੇਅਰ ਵੱਲੋਂ ਅਪੀਲ ਕੀਤੀ ਗਈ ਸੀ ਕਿ ਇਸ ਦੇ ਵਿੱਚ ਸ਼ਾਮਲ ਹੋਣ ਵਾਲੇ ਸੁਰੱਖਿਆ ਦਾ ਖਿਆਲ ਰੱਖਣ, ਜਾਣੀ ਕਿ ਉਹ ਜਸ਼ਨ ਸੁਰੱਖਿਆ ਦੇ ਨਾਲ ਮਨਾਉਣ।
ਜਿਨ੍ਹਾਂ ਵਿਅਕਤੀਆਂ ਵੱਲੋਂ ਸ਼ਾਂਤਮਈ ਤਰੀਕੇ ਦੇ ਨਾਲ ਜਸ਼ਨ ਮਨਾਇਆ ਗਿਆ, ਇਸ ਦੇ ਵਾਸਤੇ ਮੌਂਟਰੀਅਲ ਦੇ ਮੇਅਰ ਵੱਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ। ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫ਼ਤਾਰ ਲਗਾਤਾਰ ਘੱਟ ਹੋ ਰਹੀ ਹੈ। ਕਿਸ ਸੂਬੇ ਤੋਂ ਕਿੰਨੇ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਦੱਸਾਂਗੇ ਇਸ ਖਬਰ ਦੇ ਵਿੱਚ। ਨਾਲ ਹੀ ਕੈਨੇਡਾ ਦੇ ਮੌਜੂਦਾ ਕੀ ਹਾਲਾਤ ਨੇ, ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 256 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 5,43,571 ਕੋਰੋਨਾ ਦੇ ਕੁੱਲ ਮਾਮਲੇ ਸਾਹਮਣੇ ਆ ਚੁੱਕੇ ਨੇ। ਵਾਟਰਲੂ ਤੋਂ 39, ਪੀਲ ਰੀਜਨ ਤੋਂ 38, ਟੋਰਾਂਟੋ ਤੋਂ 36, ਹੈਮਿਲਟਨ ਤੋਂ 17 ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 24 ਘੰਟਿਆਂ ਦੌਰਾਨ 2 ਜਾਨਾਂ ਇਸ ਵਾਇਰਸ ਦੇ ਕਾਰਨ ਗਈਆਂ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 9,101 ਹੋ ਗਿਆ। ਸੂਬੇ ਦੇ ਵਿੱਚ 5,31,571 ਕੋਰੋਨਾ ਵਾਇਰਸ ਦੇ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 275 ਦੇ ਕਰੀਬ ਹੈ। ਕਿਊਬੈਕ ਤੋਂ 24 ਘੰਟਿਆਂ ਦੌਰਾਨ 88 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਤੇ 24 ਘੰਟਿਆਂ ਦੌਰਾਨ ਕੋਈ ਵੀ ਜਾਨ ਇਸ ਵਾਇਰਸ ਦੇ ਕਾਰਨ ਨਹੀਂ ਗਈ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 3,74,406 ਦੇ ਕਰੀਬ ਕੁੱਲ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਨੇ। 11,202 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 135 ਹੈ, ਜਿਨ੍ਹਾਂ ਵਿੱਚੋਂ 40 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਦੇ ਵਿੱਚ 80% ਦੀ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀ 1 ਡੋਜ਼ ਅਤੇ 24% ਦੀ ਆਬਾਦੀ ਨੂੰ 2 ਡੋਜ਼ ਲੱਗ ਚੁੱਕੀਆਂ ਹਨ। ਕੈਨੇਡਾ ਤੋਂ ਹੁਣ ਤੱਕ 14.1 ਮਿਲੀਅਨ ਦੇ ਕਰੀਬ ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 26,168 ਜਾਨਾਂ ਇਸ ਵਾਇਰਸ ਦੇ ਕਾਰਨ ਜਾ ਚੁੱਕੀਆਂ ਨੇ। 13.8 ਮਿਲੀਅਨ ਦੇ ਕਰੀਬ ਕੈਨੇਡਾ ਦੇ ਵਿੱਚ ਰਿਕਵਰਡ ਮਾਮਲਿਆਂ ਦੀ ਗਿਣਤੀ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਮਾਮਲਾ ਸਾਹਮਣੇ ਆਇਆ, ਜਿੱਥੇ ਖਿੜਕੀਆਂ 'ਚੋਂ ਡਿੱਗਣ ਦੇ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਹੈ। ਅਜਿਹੇ ਹੋਰ ਵੀ ਕਈ ਮਾਮਲੇ ਸਾਹਮਣੇ ਆਏ ਜਿੱਥੋਂ ਬੱਚੇ ਖਿੜਕੀਆਂ ਤੋਂ ਡਿੱਗੇ ਨੇ ਤੇ ਉਹ ਜ਼ਖਮੀ ਹੋਏ ਨੇ। ਡਾਕਟਰਾਂ ਵੱਲੋਂ ਮਾਂ-ਬਾਪ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀਟ ਵੇਵ ਦੇ ਦੌਰਾਨ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਿਆ ਜਾਵੇ। ਮਾਮਲਾ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਇਆ, ਜਿੱਥੇ ਖਿੜਕੀਆਂ ਦੇ ਵਿੱਚੋਂ 2 ਬੱਚੇ ਡਿੱਗੇ ਨੇ। ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਇੱਕ ਡਾਕਟਰ ਵੱਲੋਂ ਖਿੜਕੀਆਂ ਵਿੱਚੋਂ ਬੱਚਿਆਂ ਦੇ ਡਿੱਗਣ ਸੰਬੰਧੀ ਘਟਨਾਵਾਂ 'ਚ ਐਕਸ਼ਨ ਦੀ ਮੰਗ ਕੀਤੀ ਹੈ। ਜਾਣਕਾਰੀ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਾਲ 2 ਬੱਚਿਆਂ ਦੀ ਮੌਤ ਘਰਾਂ ਦੀਆਂ ਖਿੜਕੀਆਂ ਤੋਂ ਬਾਹਰ ਡਿੱਗ ਕੇ ਹੋ ਗਈ। ਇਸ ਦੌਰਾਨ ਪੇਰੈਂਟਸ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਇਸ ਦਾ ਹੁਣ ਵੱਧ ਧਿਆਨ ਰੱਖਣ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਇਸ ਸਮੇਂ ਹੀਟ ਵੇਵ ਹੈ, ਉਸ ਦੌਰਾਨ ਡਾਕਟਰਾਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਸ ਹੀਟ ਵੇਵ ਦੇ ਦੌਰਾਨ ਬੱਚਿਆਂ ਦਾ ਹੋਰ ਵੀ ਧਿਆਨ ਰੱਖਣਾ ਜ਼ਰੂਰੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਕੰਸਟਰਕਸ਼ਨ ਇੰਡਸਟਰੀ ਨੂੰ ਵੀ ਇਹ ਨਿਰਦੇਸ਼ ਦੇਣੇ ਚਾਹੀਦੇ ਹਨ ਕਿ ਖਿੜਕੀਆਂ ਦੇ ਖੁੱਲਣ ਦੀ ਥਾਂ ਨੂੰ ਸੀਮਤ ਕੀਤਾ ਜਾਵੇ ਤਾਂ ਜੋ ਬੱਚਿਆਂ ਦਾ ਬਚਾਅ ਹੋ ਸਕੇ। ਜਾਣਕਾਰੀ ਦੇ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਨੇ ਜਿੱਥੇ ਬੱਚੇ ਖਿੜਕੀਆਂ ਤੋਂ ਡਿੱਗੇ ਅਤੇ ਉਹ ਜ਼ਖਮੀ ਹੋ ਗਏ। ਜਾਣਕਾਰੀ ਦੇ ਲਈ ਦੱਸ ਦਈਏ ਕਿ ਨੈਸ਼ਨਲ ਰਿਸਰਚ ਕਾਉਂਸਲ ਵੱਲੋਂ ਪਿਛਲੇ ਸਾਲ ਸਿਟੀ ਆਫ ਕੈਲਗਰੀ ਦੇ ਇੱਕ ਪ੍ਰਪੋਜ਼ਲ ਨੂੰ ਮਨਜ਼ੂਰ ਕੀਤਾ ਸੀ, ਜਿਸ ਦੇ ਵਿੱਚ ਰਾਸ਼ਟਰੀ ਬਿਲਡਿੰਗ ਕੋਡ ਨੂੰ ਬਦਲਣ ਦੀ ਮੰਗ ਕੀਤੀ ਗਈ ਸੀ। ਇਸ ਦੀ ਕੋਰੋਨਾ ਵਾਇਰਸ ਦੇ ਕਾਰਨ ਪਬਲਿਕੇਸ਼ਨ ਨਹੀਂ ਹੋ ਸਕੀ। ਇਸ ਦੇ ਵਿੱਚ ਖਿੜਕੀਆਂ ਦਾ ਸਿਰਫ 10 ਸੈਂਟੀਮੀਟਰ ਤੱਕ ਖੁੱਲਣਾ ਸ਼ਾਮਿਲ ਹੈ। ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀਟ ਵੇਵ ਦੇ ਦੌਰਾਨ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਣ, ਇਸ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। 2 ਡੋਜ਼ ਲਗਵਾ ਚੁੱਕੇ ਕੈਨੇਡੀਅਨਸ ਨੂੰ ਮਿਲੀ ਢਿੱਲ, ਸਿਹਤ ਏਜੰਸੀ ਨੇ ਜਾਰੀ ਕੀਤੀਆਂ ਗਾਈਡਲਾਈਨਸ। ਇਸ ਵਾਰ ਦਾ ਕੈਨੇਡਾ ਡੇ ਹੋਵੇਗਾ ਮੂਲ ਨਿਵਾਸੀਆਂ ਦੇ ਨਾਮ। ਸਸਕੈਚੁਆਨ ਦੀ ਘਟਨਾ ਬਾਅਦ ਟਰੂਡੋ ਨੇ ਮੰਗੀ ਮੁਆਫੀ। ਵੀਜ਼ਾ ਬਿਨੇਕਾਰਾਂ ਦੇ ਲਈ ਬਾਇਓਮੈਟ੍ਰਿਕ ਦੀ ਸ਼ੁਰੂਆਤ, ਕੈਨੇਡਾ ਦੇ ਹਾਈ ਕਮਿਸ਼ਨ ਨੇ ਦਿੱਤੀ ਜਾਣਕਾਰੀ। ਕੈਥੋਲਿਕ ਸਮੂਹ ਸਾਂਝੇ ਕਰੇਗਾ ਸਾਰੇ ਰਿਕਾਰਡ, ਬੇਨਾਮ ਕਬਰਾਂ ਮਿਲਣ ਤੋਂ ਬਾਅਦ ਮੰਗ ਹੋਈ ਤੇਜ਼। 2 ਮੁਸਲਮਾਨ ਔਰਤਾਂ ਤੇ ਹਮਲਾ, ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ। ਵਿਅਕਤੀ ਮੰਤਰੀਆਂ ਨੂੰ ਭੇਜਦਾ ਸੀ ਬੈਕਟੀਰੀਆ ਵਾਲੇ ਪੱਤਰ, ਇਸ ਮਾਮਲੇ ਸੰਬੰਧੀ ਓਨਟਾਰੀਓ ਦੇ ਵਿਅਕਤੀ ਤੇ ਲੱਗੇ ਚਾਰਜ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।